बाप बेटा तिरुपा नाम ते आमीन। सब भैन भरा यसु मसीह दी सलाम, गुड मॉर्निंग, गुड आफ्टरनून। पिता परमेश्वर पर यसु मसीह का बहुत धन्यवाद करते हैं जिन्हें सानू अज दिन तक समझता है कि असी सब भैन भरा मिल के उसका धन्यवाद करिए, उसकी मेहनत की बढ़ाई करिए, उसके वचन पढ़ के अपने भैन भरा शेयर करिए। पर जो पितर चरण दुआ करते हैं कि प्रभु यीशु सानू सब भैन भरावां पवित्र आत्मा की शक्ति, पवित्र आत्मा दे राहीं अकल बुद्धि ज्ञान देवे कि असीं प्रभु के वचनों चंगी तरह पढ़ सकीए, सुन सकीए और समझ सकीए। मेरे भैन भराओ, अज असीं पवित्र बाइबल चों नवां ऐतनामा याकूब दा खत चैप्टर 10 1 तो 10 ऐता पढ़ांगे। जेम्स chapter 3 verses 1 till 10. The tongue cannot be tamed. जीव मेरे प्रभु ਤੁਹਾਡੇ ਵਿੱਚੋਂ ਬਹੁਤ ਸਾਰੇ ਸਿੱਖਿਅਕ ਨਾ ਬਣੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਜੋ ਸਿੱਖੇਗਾ ਸਾਡਾ ਨਿਆਂ ਦੂਜਿਆਂ ਨਾਲੋਂ ਅਧਿਕ ਸਖਤੀ ਨਾਲ ਹੋਵੇਗਾ। ਸਾਡੇ ਸਭ ਕੋਲੋਂ ਬਾਰ-ਬਾਰ ਗਲਤੀ ਹੁੰਦੀ ਹੈ। ਜੋ ਆਦਮੀ ਬੋਲਣ ਵਿੱਚ ਗਲਤੀ ਨਹੀਂ ਕਰਦਾ ਉਹ ਪੂਰਨ ਆਦਮੀ ਹੈ। ਇਹੋ ਜਿਹਾ ਆਦਮੀ ਆਪਣੇ ਸਾਰੇ ਸਰੀਰ ਨੂੰ ਕਾਬੂ ਵਿੱਚ ਰੱਖ ਸਕਦਾ ਹੈ। ਅਸੀਂ ਘੋੜੇ ਨੂੰ ਕਾਬੂ ਵਿੱਚ ਰੱਖਣ ਲਈ ਉਸ ਦੇ ਮੂੰਹ ਵਿੱਚ ਲਗਾਮ ਪਾ ਦਿੰਦੇ ਹਾਂ ਤਾਂ ਫਿਰ ਅਸੀਂ ਉਸ ਨੂੰ ਜਿਸ ਪਾਸੇ ਵੀ ਚਾਹੀਏ ਮੋੜ ਸਕਦੇ ਹਾਂ। ਇਸ ਤਰ੍ਹਾਂ ਤੁਸੀਂ ਸਮੁੰਦਰੀ ਜਹਾਜ਼ ਦੀ ਉਦਾਹਰਨ ਵੀ ਲੈ ਸਕਦੇ ਹੋ। ਬੇਸ਼ੱਕ ਉਹ ਬਹੁਤ ਵੱਡਾ ਹੁੰਦਾ ਹੈ ਅਤੇ ਤੇਜ਼ ਹਵਾ ਨਾਲ ਚੱਲਦਾ ਹੈ, ਪਰ ਫਿਰ ਵੀ ਛੋਟੀ ਜਿਹੀ ਪਤਵਾਰ ਰਾਹੀਂ ਮਲਾਹ ਉਸ ਨੂੰ ਜਿਸ ਪਾਸੇ ਚਾਹੇ ਲੈ ਜਾਂਦਾ ਹੈ। ਇਹੋ ਹਾਲ ਜੀਭ ਦਾ ਵੀ ਹੈ। ਬੇਸ਼ੱਕ ਇਹ ਹੁੰਦੀ ਤਾਂ ਛੋਟੀ ਜਿਹੀ ਹੈ, ਪਰ ਗੱਲ ਬਹੁਤ ਵੱਡੀਆਂ ਕਰਦੀ ਹੈ। ਜੰਗਲ ਕਿੰਨਾ ਵੱਡਾ ਹੁੰਦਾ ਹੈ, ਪਰ ਛੋਟੀ ਜਿਹੀ ਅੱਗ ਦੀ ਚਿੰਗਾਰੀ ਉਸ ਨੂੰ ਸਾੜ ਦਿੰਦੀ ਹੈ। ਜੀਭ ਵੀ ਅੱਗ ਦੀ ਤਰ੍ਹਾਂ ਹੈ, ਜਿਸ ਵਿੱਚ ਬੁਰਾਈ ਦਾ ਪੂਰਾ ਸੰਸਾਰ ਹੈ। ਸਾਡੇ ਸਰੀਰ ਦੇ ਅੰਗ ਵਿੱਚ ਜੀਭ ਇੱਕ ਇਹੋ ਜਿਹਾ ਅੰਗ ਹੈ ਜੋ ਸਾਡੇ ਸਰੀਰ ਨੂੰ ਭ੍ਰਸ਼ਟ ਕਰਦਾ ਹੈ। ਇਹ ਆਪਣੀ ਅੱਗ ਨਰਕ ਕੁੰਡ ਵਿੱਚੋਂ ਪ੍ਰਾਪਤ ਕਰਦੀ ਹੈ ਅਤੇ ਇਹ ਸਾਡੇ ਸਾਰੇ ਸਰੀਰ ਨੂੰ ਅੰਗ ਵਿੱਚ ਘੇਰੀ ਰੱਖਦੀ ਹੈ। ਆਦਮੀ ਸਭ ਤਰ੍ਹਾਂ ਦੇ ਜੰਗਲੀ ਜਾਨਵਰਾਂ, ਪੰਛੀਆਂ, ਪੇਟ ਦੇ ਪਾਰ ਚੱਲਣ ਵਾਲੇ ਜੰਤੂਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਪ੍ਰਾਣੀਆਂ ਨੂੰ ਕਾਬੂ ਵਿੱਚ ਕਰ ਸਕਦਾ ਹੈ ਅਤੇ ਉਸਨੇ ਕੀਤੇ ਵੀ ਹਨ, ਪਰ ਆਦਮੀ ਜੀਵ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ ਅਤੇ ਨਾ ਹੀ ਇਹ ਦੁਸ਼ਟ ਕਾਬੂ ਵਿੱਚ ਰਹਿਣ ਵਾਲੀ ਹੈ ਜੋ ਭਿਅੰਕਰ ਜ਼ਹਿਰ ਨਾਲ ਭਰੀ ਹੋਈ ਹੈ। ਅਸੀਂ ਇਸ ਨਾਲ ਆਪਣੇ ਪ੍ਰਭੂ ਪਿਤਾ ਦੀ ਉਸਤਤ ਕਰਦੇ ਹਾਂ ਅਤੇ ਫਿਰ ਇਸੇ ਨਾਲ ਮਨੁੱਖ ਜੋ ਪਰਮੇਸ਼ਰ ਦੇ ਸਰੂਪ 'ਤੇ ਬਣਾਇਆ ਗਿਆ ਹੈ ਉਸ ਨੂੰ ਸਰਾਫ ਦਿੰਦੇ ਹਾਂ। ਇਸ ਤਰ੍ਹਾਂ ਇੱਕ ਹੀ ਮੂੰਹ ਵਿੱਚੋਂ ਉਸਤਤ ਅਤੇ ਸਰਾਫ ਦੋਵੇਂ ਨਿਕਲਦੇ ਹਨ। ਪਰ ਮੇਰੇ ਭੈਣ ਪ੍ਰਭੂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਯਾਕੂਬ ਦੇ ਖਤ ਵਿੱਚ ਲਿਖੇ ਹੋਏ ਜੀਵ ਬਾਰੇ ਵਚਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਭ ਨੂੰ ਆਪਣੇ ਬੋਲਣ ਸਮੇਂ ਜੀਭ ਉੱਤੇ ਕਾਬੂ ਰੱਖਣਾ ਹੈ ਕਿ ਅਸੀਂ ਕੀ ਬੋਲਦੇ ਹਾਂ, ਅਸੀਂ ਕੀ ਬੋਲਣਾ ਹੈ। ਯਹੂਦੀ ਲੋਕ ਮਸੀਹ ਵਚਨ ਸੁਣਾਉਣ ਲਈ ਸਿੱਖਿਅਕ ਬਹੁਤ ਬਣਨਾ ਚਾਹੁੰਦੇ ਸਨ, ਪਰ ਯਾਕੂਬ ਨੇ ਉਹਨਾਂ ਨੂੰ ਇਹ ਹਦਾਇਤ ਦਿੱਤੀ, ਵਾਰਨਿੰਗ ਦਿੱਤੀਆਂ। ਇਹੀ ਵਚਨ ਸਾਡੇ ਉੱਪਰ ਵੀ ਇਸ ਸਮੇਂ ਲਾਗੂ ਹੁੰਦੇ ਹਨ ਕਿ ਜੇਕਰ ਸਾਡੇ ਵਿੱਚੋਂ ਵੀ ਕਿਸੇ ਨੇ ਸਿੱਖਿਅਕ ਬਣਨਾ ਹੈ
ਭਾਵ ਕਿ ਸਿੱਖਿਆ ਦੇਣ ਵਾਲੇ, ਪ੍ਰਚਾਰ ਕਰਨ ਵਾਲੇ ਬਣਨਾ ਹੈ। ਸਾਨੂੰ ਆਪਣੀ ਜੀਭ ਉੱਤੇ ਕਾਬੂ ਰੱਖਣਾ ਹੈ, ਹਰ ਇੱਕ ਨੂੰ ਪਿਆਰ ਕਰਨਾ ਹੈ ਅਤੇ ਸਭ ਨਾਲ ਚੰਗਾ ਵਰਤਾਓ ਕਰਨਾ ਹੈ, ਕਿਉਂਕਿ ਜੀਭ ਸਭ ਲੜਾਈਆਂ ਦੀ ਜੜ੍ਹ ਹੈ। ਇਸ ਤੋਂ ਹੀ ਪਾਪ ਸ਼ੁਰੂ ਹੁੰਦੇ ਹਨ। ਸਿੱਖਿਆ ਲੈਣ ਵਾਲਿਆਂ ਨਾਲ, ਸਿੱਖਿਆ ਦੇਣ ਵਾਲਿਆਂ ਦੀ ਸਖਤੀ ਨਾਲ ਨਿਆਂ ਹੁੰਦਾ ਹੈ। ਪ੍ਰਭੂ ਸਾਡੇ ਸਭ ਦੇ ਅੰਦਰਲੇ ਭੇਦਾਂ ਨੂੰ, ਵਿਚਾਰਾਂ ਨੂੰ ਅਤੇ ਇਰਾਦਿਆਂ ਨੂੰ ਜਾਣਦਾ ਹੈ ਕਿ ਅਸੀਂ ਪ੍ਰਭੂ ਯਿਸੂ ਦਾ ਪ੍ਰਚਾਰ ਕਿਸ ਇੱਛਾ ਨਾਲ ਕਰਦੇ ਹਾਂ। ਮੇਰੇ ਭੈਣ ਪ੍ਰਭੂ, ਅਸੀਂ ਬੋਲਣ ਤੋਂ ਪਹਿਲਾਂ ਆਪ ਸੋਚਣਾ ਹੈ ਕਿ ਇਹ ਬੋਲਣਾ ਠੀਕ ਹੈ, ਸੱਚ ਹੈ ਜਾਂ ਝੂਠ ਹੈ। ਜੀਭ ਸਾਡੇ ਮੂੰਹ 'ਚੋਂ ਕੁਝ ਵੀ ਕਢਵਾ ਸਕਦੀ ਹੈ। ਕਈ ਵਾਰ ਸ਼ੈਤਾਨ ਵੀ ਮਨੁੱਖ ਦੀ ਜੀਭ ਉੱਪਰ ਕਾਬੂ ਪਾਉਂਦਾ ਹੈ, ਆਪਸ ਵਿੱਚ ਲੜਾਈ ਝਗੜਾ ਕਰਾਉਂਦਾ ਹੈ। ਅਗਰ ਅਸੀਂ ਜੇਕਰ ਕਿਸੇ ਨਾਲ ਗਲਤ ਬੋਲਦੇ ਹਾਂ ਜਾਂ ਗਲਤ ਬੋਲਿਆ ਗਿਆ ਹੈ, ਇੱਕ ਦੂਜੇ ਤੋਂ ਮਾਫੀ ਮੰਗਣੀ ਹੈ। ਸੋ ਮੇਰੇ ਭੈਣ ਭਰਾਵੋ, ਅਗਰ ਅਸੀਂ ਕਿਸੇ ਨਾਲ ਨਫ਼ਰਤ ਵਾਲੇ ਸ਼ਬਦ ਬੋਲਦੇ ਹਾਂ, ਜਿਸ ਨਾਲ ਗੁੱਸੇ ਵਿੱਚ ਵਾਧਾ ਹੁੰਦਾ ਹੈ, ਇੱਕ ਦੂਜੇ ਨਾਲ ਸੰਬੰਧ ਖਰਾਬ ਹੁੰਦੇ ਹਨ। ਇਹ ਖਤ ਵਿੱਚ ਲਿਖੇ ਹੋਏ ਪ੍ਰਭੂ ਪਰਮੇਸ਼ਰ ਦੇ ਵਚਨਾਂ ਅਨੁਸਾਰ ਅਸੀਂ ਗੁਨਾਹਗਾਰ ਹਾਂ, ਜੇਕਰ ਅਸੀਂ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਨਹੀਂ ਚੱਲਦੇ, ਇੱਕ ਦੂਜੇ ਨਾਲ ਪਿਆਰ ਨਹੀਂ ਕਰਦੇ, ਤਾਂ ਅਸੀਂ ਪਰਮੇਸ਼ਰ ਦੇ ਵਚਨ ਅਨੁਸਾਰ ਅਸੀਂ ਗੁਨਾਹਗਾਰ ਹਾਂ, ਪਾਪੀ ਹਾਂ। ਸਾਨੂੰ ਬੋਲਣ ਤੋਂ ਪਹਿਲਾਂ ਪ੍ਰਭੂ ਪਰਮੇਸ਼ਰ ਨੇ ਸਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਦਿੱਤੀ ਹੈ। ਅਸੀਂ ਸੋਚਣਾ ਹੈ, ਅਕਲ ਦਿੱਤੀ ਹੈ ਕਿ ਅਸੀਂ ਕੀ ਬੋਲਣਾ ਹੈ। ਅਸੀਂ ਪ੍ਰਭੂ ਦੇ ਅੱਗੇ ਬੇਨਤੀ ਕਰਨੀ ਹੈ, ਪ੍ਰਾਰਥਨਾ ਕਰਨੀ ਕਿ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਪ੍ਰਾਰਥਨਾ ਵੀ ਕਰਨੀ ਹੈ ਕਿ ਪ੍ਰਭੂ ਸਾਨੂੰ ਬੋਲਣ ਸਮੇਂ ਚੰਗੇ ਚੰਗੇ ਵਚਨ ਦੇਵੇ। ਗੱਲਬਾਤ ਕਰਨ ਸਮੇਂ ਸਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਅਸੀਂ ਕਿਸ ਤਰ੍ਹਾਂ ਇੱਕ ਦੂਜੇ ਨਾਲ ਵਰਤਾਓ ਕਰਨਾ ਹੈ। ਪਵਿੱਤਰ ਆਤਮਾ ਹੀ ਸਾਡੀ ਸਭ ਦੀ ਮਦਦ ਅਤੇ ਸਹਾਇਤਾ ਕਰ ਸਕਦਾ ਹੈ। ਬੋਲਣ ਸਮੇਂ, ਕੋਈ ਕੰਮ ਸ਼ੁਰੂ ਕਰਨ ਸਮੇਂ ਸਾਨੂੰ ਸਭ ਨੂੰ ਜੀਭ ਉੱਤੇ ਕਾਬੂ ਰੱਖਣ ਲਈ ਪਵਿੱਤਰ ਆਤਮਾ ਹੀ ਸਾਡੀ ਅਗਵਾਈ ਕਰਦਾ ਹੈ ਅਤੇ ਪਰਮੇਸ਼ਰ ਦੇ ਪਿਆਰ ਬਾਰੇ ਯਾਦ ਕਰਾਉਂਦਾ ਹੈ। ਸੋ ਮੇਰੇ ਭੈਣ ਭਰਾਓ, ਜਦੋਂ ਸਾਡੀ ਕੋਈ ਨਿੰਦਿਆ ਕਰਦਾ ਹੈ ਜਾਂ ਬੁਰਾ ਮਾੜਾ ਬੋਲਦਾ ਹੈ, ਪ੍ਰਭੂ ਦਾ ਆਤਮਾ ਹੀ ਸਾਡੇ ਦਿਲ ਨੂੰ ਸਹਿਨਸ਼ੀਲਤਾ ਦੀ ਸ਼ਕਤੀ ਦਿੰਦਾ ਹੈ ਅਤੇ ਮਦਦ ਕਰਦਾ ਹੈ। ਇਹ ਸਭ ਗੱਲਾਂ ਸਹਿਣ ਕਰਨ ਦੇ ਲਈ ਮਦਦ ਕਰਦਾ ਹੈ। ਸੋ ਮੇਰੇ ਭੈਣ ਭਰਾਓ, ਸਾਨੂੰ ਜੀਭ ਦੇ ਨਾਲ ਮੂੰਹ ਵਿੱਚੋਂ ਚੰਗੇ ਚੰਗੇ ਸ਼ਬਦ ਬੋਲਣੇ ਹਨ, ਪਰਮੇਸ਼ਰ ਦੀ ਪ੍ਰਸ਼ੰਸਾ ਵਡਿਆਈ ਕਰਨੀ ਹੈ, ਦੂਜਿਆਂ ਨਾਲ ਵੀ ਪਿਆਰ ਨਾਲ ਵਰਤਾਓ ਕਰਨਾ ਹੈ ਅਤੇ ਉਹਨਾਂ ਦੇ ਲਈ, ਆਪਣੇ ਦੂਸਰੇ ਭੈਣ ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਹੈ। ਪ੍ਰਭੂ ਸਭ ਨੂੰ ਸ਼ਾਂਤੀ ਦੇਵੇਗਾ। ਸੋ ਪਲੀਜ਼ ਮੇਰੇ ਭੈਣ ਭਰਾਵੋ, ਪ੍ਰਭੂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕਰਦੇ ਰਹੋ। ਪ੍ਰਭੂ ਆਪ ਸਭ ਨੂੰ ਆਸ਼ੀਰਵਾਦ ਬਰਕਤ ਦਾ ਮਾਲੋ ਮਾਲ ਕਰੇ। ਆਮੀਨ। ਥੈਂਕ ਯੂ ਜੀਸਸ, ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਜਿੰਨਾ ਅਸੀਂ ਭੈਣ ਭਰਾ ਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਦੁਆਵਾਂ ਕਰਦੇ ਹਾਂ ਪ੍ਰਭੂ ਜੀ, ਸਾਡੇ ਸਭ 'ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ ਪਈ ਯਿਸੂ ਜੀ। ਸਾਡੇ ਵਿਸ਼ਵਾਸ ਨੂੰ ਵਧਾਉਣਾ ਪਈ ਯਿਸੂ ਨਾਮ ਸੇ। ਥੈਂਕ ਯੂ ਜੀਸਸ। ਸਾਨੂੰ ਵੀ ਇੰਨੀ ਸ਼ਕਤੀ, ਇੰਨੀ ਬਲ ਦੇ ਕਿ ਅਸੀਂ ਆਪਣੇ ਬੋਲਣ ਸਮੇਂ ਆਪਣੀ ਜੀਭ 'ਤੇ ਕੰਟਰੋਲ ਕਰ ਸਕੀਏ ਪ੍ਰਭੂ ਜੀ। ਆਪਦੇ ਪਵਿੱਤਰ ਆਤਮਾ ਦੀ ਸ਼ਕਤੀ ਸਾਨੂੰ ਦਿਓ ਪ੍ਰਭੂ ਜੀ। ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਸਾਡੀ ਅਗਵਾਈ ਕਰੋ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ। ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ। ਮੇਰੇ ਭਰਾ, ਹੁਣ ਅਸੀਂ ਪੜ੍ਹਦੇ ਹਾਂ ਸੰਤ ਮਰਕਸ ਦੀ ਇੰਜੀਲ ਚੈਪਟਰ 9 2 ਤੋਂ 13 ਆਇਤਾਂ। ਸੈਂਟ ਮਾਰਕ ਚੈਪਟਰ 9 verses 2 till 13. Jesus was transfigured in their presence. ਪ੍ਰਭੂ ਯਿਸੂ ਦਾ ਨੂਰਾਨੀ ਰੂਪ
6 ਦਿਨਾਂ ਪਿੱਛੋਂ ਆਪਣੇ ਨਾਲ ਪਤਰਸ, ਯਾਕੂਬ ਤੇ ਯੂਹੰਨਾ ਨੂੰ ਲੈ ਕੇ ਇੱਕ ਉੱਚੇ ਪਹਾੜ ਉੱਤੇ ਚਲੇ ਗਏ। ਉੱਥੇ ਉਹ ਇਕੱਲੇ ਸਨ। ਉਹਨਾਂ ਤਿੰਨਾਂ ਦੇ ਸਾਹਮਣੇ ਯਿਸੂ ਦਾ ਰੂਪ ਬਦਲ ਗਿਆ। ਉਸ ਦੇ ਕੱਪੜੇ ਬਹੁਤ ਹੀ ਚਮਕੀਲੇ ਅਤੇ ਚਿੱਟੇ ਹੋ ਗਏ। ਕੋਈ ਵੀ ਇਸ ਜ਼ਮੀਨ ਉੱਤੇ ਇਹੋ ਜਿਹੇ ਕੱਪੜੇ ਸਾਫ਼ ਨਹੀਂ ਕਰ ਸਕਦਾ ਸੀ। ਫਿਰ ਉਹਨਾਂ ਤਿੰਨਾਂ ਚੇਲਿਆਂ ਨੇ ਏਲੀਆ ਅਤੇ ਮੂਸਾ ਨੂੰ ਉੱਥੇ ਦੇਖਿਆ, ਜੋ ਯਿਸੂ ਨਾਲ ਗੱਲਾਂ ਕਰ ਰਹੇ ਸਨ। ਇਸ ਉੱਤੇ ਪਤਰਸ ਨੇ ਪ੍ਰਭੂ ਯਿਸੂ ਨੂੰ ਕਿਹਾ, ਗੁਰੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ, ਕਿ ਅਸੀਂ 3 ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ, ਇੱਕ ਏਲੀਆ ਲਈ। ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ, ਕਿਉਂਕਿ ਉਹ ਤਿੰਨੇ ਬਹੁਤ ਡਰੇ ਹੋਏ ਸਨ। ਇਹਨੇ ਵਿੱਚ ਇੱਕ ਬੱਦਲ ਆਇਆ ਅਤੇ ਉਹਨਾਂ ਉੱਤੇ ਛਾ ਗਿਆ, ਜਿਸ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ। ਫਿਰ ਉਹਨਾਂ ਚਾਰੇ ਪਾਸੇ ਦੇਖਿਆ, ਪਰ ਯਿਸੂ ਤੋਂ ਸਿਵਾਏ ਆਪਣੇ ਕੋਲ ਕਿਸੇ ਨੂੰ ਨਾ ਦੇਖਿਆ। ਫਿਰ ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, ਕਿਸੇ ਨੂੰ ਕੁਝ ਨਾ ਦੱਸਣਾ, ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ। ਚੇਲਿਆਂ ਨੇ ਉਹਨਾਂ ਦੇ ਇਹਨਾਂ ਸ਼ਬਦਾਂ ਨੂੰ ਬੜੇ ਧਿਆਨ ਨਾਲ ਸੁਣਿਆ। ਆਪੋ ਵਿੱਚ ਇੱਕ ਦੂਜੇ ਤੋਂ ਪੁੱਛਣ ਲੱਗੇ, ਮੁਰਦਿਆਂ ਵਿੱਚੋਂ ਜੀ ਉੱਠਣ ਦਾ ਕੀ ਅਰਥ ਹੈ? ਉਹਨਾਂ ਨੇ ਯਿਸੂ ਤੋਂ ਪੁੱਛਿਆ, ਧਰਮ ਗ੍ਰੰਥ ਕਿਉਂ ਕਹਿੰਦੇ ਹਨ ਕਿ ਏਲੀਆ ਦਾ ਪਹਿਲੇ ਹੋਣਾ ਜ਼ਰੂਰੀ ਹੈ? ਉਹਨਾਂ ਨੇ ਉੱਤਰ ਦਿੱਤਾ, ਹਾਂ, ਇਹ ਠੀਕ ਹੈ, ਏਲੀਆ ਪਹਿਲੇ ਆ ਕੇ ਸਭ ਕੁਝ ਠੀਕ ਕਰੇਗਾ। ਤਾਂ ਵੀ ਲਿਖਤਾਂ ਇਹ ਕਿਉਂ ਕਹਿੰਦੀਆਂ ਹਨ ਕਿ ਮਨੁੱਖ ਦਾ ਪੁੱਤਰ ਦੁੱਖ ਸਹੇਗਾ ਅਤੇ ਰੰਧਿਆ ਜਾਵੇਗਾ? ਏਲੀਆ ਤਾਂ ਆ ਚੁੱਕਾ ਹੈ, ਪਰ ਲੋਕਾਂ ਨੇ ਉਸ ਨਾਲ ਉਹੀ ਕੀਤਾ ਜੋ ਉਹ ਚਾਹੁੰਦੇ ਸਨ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਸ ਬਾਰੇ ਲਿਖਤਾਂ ਵਿੱਚ ਲਿਖਿਆ ਹੋਇਆ ਸੀ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨਾ ਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਪਤਰਸ, ਯਾਕੂਬ ਤੇ ਯੂਹੰਨਾ ਨੂੰ ਆਪਣੇ ਮਹਿਮਾ ਤੇ ਸ਼ੁੱਧਤਾ ਦੇ ਖਾਸ ਮੌਕਿਆਂ ਉੱਤੇ ਆਪਣੇ ਨਾਲ ਕਿਉਂ ਲੈਂਦੇ ਸਨ? ਇਹਨਾਂ ਤਿੰਨਾਂ ਨੂੰ ਚੇਲਿਆਂ ਨੂੰ ਆਪਣੇ ਨਾਲ ਕਿਉਂ ਲੈਂਦੇ ਸਨ ਕਿਸੇ ਖਾਸ ਮੌਕਿਆਂ 'ਤੇ? ਮੇਰੇ ਭੈਣ ਭਰਾਵੋ, ਹੋ ਸਕਦਾ ਹੈ ਇਹ ਤਿੰਨੇ ਪ੍ਰਭੂ ਯਿਸੂ ਦੀ ਸੱਚਾਈ ਨੂੰ ਜ਼ਿਆਦਾ ਸਮਝਦੇ ਹੋਣ ਔਰ ਸਵੀਕਾਰ ਕਰਦੇ ਹੋਣ। 12 ਚੇਲਿਆਂ ਵਿੱਚੋਂ ਇਹਨਾਂ ਤਿੰਨਾਂ ਨੇ ਪਹਿਲਾਂ ਪ੍ਰਭੂ ਯਿਸੂ ਦੀ ਬੁਲਾਹਟ ਨੂੰ ਸੁਣਿਆ। ਅਸੀਂ ਪੜ੍ਹ ਸਕਦੇ ਹਾਂ ਸੰਤ ਮਰਕਸ ਦੀ ਇੰਜੀਲ ਚੈਪਟਰ 11, 16 ਤੋਂ 19 ਐਤਾਂ, ਸੈਂਟ ਮਾਰਕ ਚੈਪਟਰ 11 ਵਰਸਸ 16 till 19। ਇਹ ਤਿੰਨੋਂ ਚੇਲੇ ਪ੍ਰਭੂ ਯਿਸੂ ਦੇ ਨਾਲ ਸਨ ਜਦੋਂ ਪ੍ਰਭੂ ਯਿਸੂ ਯਰੂਸ ਦੀ ਧੀ ਨੂੰ ਠੀਕ ਕਰਨ ਲਈ ਗਏ ਸਨ। ਲੂਕ ਚੈਪਟਰ 8 ਵਰਸ 51, ਸੰਤ ਲੂਕਾ ਦੀ ਇੰਜੀਲ ਚੈਪਟਰ 8 ਦੇ 51 ਆਇਤ। ਪ੍ਰਭੂ ਯਿਸੂ ਚੇਲਿਆਂ ਨੂੰ ਤਬੋਰ ਜਾਂ ਅਰਮੋਨ ਪਹਾੜ ਉੱਤੇ ਲੈ ਗਏ। ਮੇਰੇ ਭੈਣ ਭਰਾਵੋ, ਪ੍ਰਭੂ ਪਰਮੇਸ਼ਰ ਮੂਸਾ ਨੂੰ ਪਹਾੜ ਉੱਤੇ ਦਰਸ਼ਨ ਦਿੱਤੇ। ਪ੍ਰਭੂ ਪਰਮੇਸ਼ਰ ਨੇ ਮੂਸਾ ਨੂੰ ਪਹਾੜ ਉੱਤੇ ਦਰਸ਼ਨ ਦਿੱਤੇ ਅਤੇ ਉਸ ਨਾਲ ਬੋਲਿਆ। ਅਸੀਂ ਪੜ੍ਹ ਸਕਦੇ ਹਾਂ ਐਕਸੋਡਸ ਚੈਪਟਰ 24 ਵਰਸਸ 12 till 18, ਕੁਝ ਦਾ ਗ੍ਰੰਥ ਚੈਪਟਰ 24 12 ਤੋਂ 18 ਆਇਤਾਂ। ਏਲੀਆ ਨਬੀ ਨੇ ਵੀ ਪ੍ਰਭੂ ਪਰਮੇਸ਼ਰ ਦੇ ਦਰਸ਼ਨ ਪਹਾੜ ਉੱਤੇ ਕੀਤੇ। ਪੜ੍ਹ ਸਕਦੇ ਹਾਂ ਪਹਿਲਾਂ ਰਾਜਿਆਂ ਦੀ ਪੁਸਤਕ ਚੈਪਟਰ 19 8 ਤੋਂ 18 ਆਇਤਾਂ। ਫਸਟ ਕਿੰਗਸ ਚੈਪਟਰ 19 ਵਰਸਸ 8 till 18। ਪ੍ਰਭੂ ਯਿਸੂ ਦਾ ਪਵਿੱਤਰ ਚਿਹਰਾ ਬਦਲ ਗਿਆ। ਪ੍ਰਭੂ ਪਰਮੇਸ਼ਰ ਦੀ ਆਵਾਜ਼ ਨੇ ਯਿਸੂ ਮਸੀਹ ਨੂੰ ਮੂਸਾ ਤੇ ਏਲੀਆ ਨਬੀਆਂ ਤੋਂ ਉੱਚਾ ਕੀਤਾ। ਪਰਮੇਸ਼ਰ ਨੇ ਪ੍ਰਭੂ ਯਿਸੂ ਨੂੰ ਮੂਸਾ ਤੇ ਏਲੀਆ ਤੋਂ ਵੀ ਉੱਪਰ ਉੱਚਾ ਕੀਤਾ।
ਜਿਸ ਤਰ੍ਹਾਂ ਲੋਕ ਪਵਿੱਤਰ ਬਾਈਬਲ ਦੇ ਵਿੱਚੋਂ ਪੜ੍ਹ ਸਕਦੇ ਹਨ, ਪਵਿੱਤਰ ਵਚਨ ਪੜ੍ਹ ਸਕਦੇ ਹਨ, ਪ੍ਰਭੂ ਦੇ ਬਾਰੇ ਜਾਣ ਸਕਦੇ ਹਨ। ਔਰ ਲੋਕ ਪਵਿੱਤਰ ਅਧਿਕਾਰ ਅਤੇ ਸ਼ਕਤੀ ਨਾਲ ਲੰਮੇ ਸਮੇਂ ਤੋਂ ਮਸੀਹ ਦੀ ਉਡੀਕ ਕਰਦੇ ਆ ਰਹੇ ਸਨ। ਮੂਸਾ ਨੇ ਵਿਵਸਥਾ, ਪਰਮੇਸ਼ਰ ਦੇ ਨੇਮ ਦੀ ਨੁਮਾਇੰਦਗੀ ਕੀਤੀ ਅਤੇ ਏਲੀਆ ਨਬੀ ਨੇ ਨਬੀਆਂ ਦੀ ਪਾਲਣਾ ਕੀਤੀ, ਨਬੀਆਂ ਦੀ ਨੁਮਾਇੰਦਗੀ ਕੀਤੀ। ਉਹਨਾਂ ਦੀ ਹਜ਼ੂਰੀ ਮੌਜੂਦਗੀ ਯਿਸੂ ਮਸੀਹ ਨੂੰ ਪਰਮੇਸ਼ਰ ਦੀ ਵਿਵਸਥਾ ਅਤੇ ਨਬੀਆਂ ਦੀ ਪ੍ਰਤਿਗਿਆਵਾਂ ਦੀ ਪੂਰਨਤਾ ਦਰਸਾਉਂਦੀ ਹੈ। ਮੇਰੇ ਭੈਣ ਪ੍ਰਭੂ ਯਿਸੂ ਏਲੀਆ ਜਾਂ ਮੂਸਾ ਦੀ ਪੁਨਰ ਜਨਮ ਵਿੱਚੋਂ ਨਹੀਂ ਸੀ ਅਤੇ ਨਾ ਹੀ ਪ੍ਰਭੂ ਯਿਸੂ ਨਬੀਆਂ ਵਿੱਚੋਂ ਕੋਈ ਨਬੀ ਸੀ। ਪ੍ਰਭੂ ਯਿਸੂ ਪਰਮੇਸ਼ਰ ਦਾ ਇੱਕ ਇਕਲੌਤਾ ਪੁੱਤਰ ਸੀ ਅਤੇ ਹੈ। ਸ਼ਕਤੀ ਅਤੇ ਅਧਿਕਾਰ ਵਿੱਚ ਸਭ ਨਬੀਆਂ ਤੋਂ ਉੱਚਾ ਹੈ। ਕਈ ਵਾਰ ਲੋਕ ਕਹਿੰਦੇ ਕਿਸ ਤਰ੍ਹਾਂ ਪ੍ਰਭੂ ਪਰਮੇਸ਼ਰ ਨੂੰ ਜਾਣਨਾ ਹੈ, ਉਸ ਵਿੱਚ ਕਿਸ ਤਰ੍ਹਾਂ ਰਹਿਣਾ ਹੈ। ਸਾਨੂੰ ਪਵਿੱਤਰ ਬਾਈਬਲ ਨੂੰ ਪੜ੍ਹਨਾ ਜ਼ਰੂਰੀ ਹੈ ਤਾਂ ਕਿ ਅਸੀਂ ਪ੍ਰਭੂ ਪਰਮੇਸ਼ਰ ਦੀ ਰੋਸ਼ਨੀ ਵਿੱਚ ਦੂਜੇ ਅਧਿਕਾਰਾਂ ਦੀ ਜਾਂਚ ਔਰ ਪੜਤਾਲ ਕਰ ਸਕਦੇ ਹਾਂ। ਪਰ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਸੁਚੇਤ ਕੀਤਾ ਕਿ ਕਿਸੇ ਨੂੰ ਇਸ ਦਰਸ਼ਨ ਬਾਰੇ ਕੁਝ ਨਹੀਂ ਦੱਸਣਾ, ਜੋ ਕੁਝ ਵੀ ਉਹਨਾਂ ਨੇ ਦੇਖਿਆ ਹੈ, ਕਿਉਂਕਿ ਚੇਲੇ ਪ੍ਰਭੂ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਵਾਲੇ ਜੀਵਨ ਬਾਰੇ ਕਿਉਂ ਗੱਲਾਂ ਕਰਦੇ ਸਨ। ਕਿਉਂਕਿ ਸਭ ਚੇਲੇ, ਪ੍ਰਭੂ ਯਿਸੂ ਦੇ 12 ਚੇਲੇ ਪ੍ਰਭੂ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਹੀ ਸਮਝੇ ਕਿ ਪ੍ਰਭੂ ਯਿਸੂ ਨੇ ਆਪਣੇ ਦੁੱਖਾਂ ਬਾਰੇ, ਆਪਣੇ ਮੁਰਦਿਆਂ 'ਚ ਜੀ ਉੱਠਣ ਬਾਰੇ ਕਿਉਂ ਸਾਨੂੰ ਦੱਸਿਆ ਸੀ। ਮੇਰੇ ਭੈਣ ਪ੍ਰਭੂ ਯਿਸੂ ਨੇ ਸਲੀਬ ਉੱਤੇ ਮਰਨ ਦੁਆਰਾ ਹੀ ਮੌਤ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਸਵਰਗੀ ਰਾਜਾ ਹੋਣ ਦਾ ਅਧਿਕਾਰ ਦਿਖਾਇਆ। ਚੇਲਿਆਂ ਨੇ ਪਰਮੇਸ਼ਰ ਲਈ ਸ਼ਕਤੀਸ਼ਾਲੀ ਗੁਨਾਹ, ਚੇਲਿਆਂ ਨੇ ਪਰਮੇਸ਼ਰ ਲਈ ਗਵਾਹ ਨਹੀਂ ਬਣਨਾ ਸੀ ਜਦ ਤੱਕ ਉਹ ਇਸ ਸੱਚਾਈ ਨੂੰ ਨਾ ਦੇਖਦੇ। ਚੇਲਿਆਂ ਲਈ ਪ੍ਰਭੂ ਯਿਸੂ ਦੀ ਮੌਤ ਅਤੇ ਉਸ ਦੇ ਮੁਰਦਿਆਂ 'ਚੋਂ ਜੀ ਉੱਠਣ ਬਾਰੇ ਇੱਕ ਕੁਦਰਤੀ ਨੈਚੁਰਲੀ ਪਰੇਸ਼ਾਨ ਹੋਣਾ ਸੀ, ਕਿਉਂਕਿ ਉਹ ਆਉਣ ਵਾਲੇ ਸਮੇਂ ਨੂੰ ਦੇਖ ਨਾ ਸਕੇ ਅਤੇ ਨਾ ਹੀ ਉਹ ਸਮਝ ਸਕੇ। ਦੂਜੇ ਪਾਸੇ ਮੇਰੇ ਭੈਣ ਭਰਾਵੋ, ਪਵਿੱਤਰ ਬਾਈਬਲ ਦੇ ਵਚਨ ਸਾਨੂੰ ਪ੍ਰਭੂ ਯਿਸੂ ਦੀ ਮੌਤ ਅਤੇ ਮੁਰਦਿਆਂ 'ਚੋਂ ਜੀ ਉੱਠਣ ਬਾਰੇ ਅਰਥ ਸਮਝਾਉਂਦੇ ਹਨ। ਪ੍ਰਭੂ ਯਿਸੂ ਦੀ ਮੌਤ ਬਾਰੇ ਅਤੇ ਮੁਰਦਿਆਂ 'ਚੋਂ ਜੀ ਉੱਠਣ ਬਾਰੇ ਸਾਨੂੰ ਉਹਨਾਂ ਵਚਨਾਂ ਤੋਂ ਪੜ੍ਹਨ ਤੋਂ ਸਮਝ ਲੱਗਦੀ ਹੈ। ਪ੍ਰਭੂ ਯਿਸੂ ਏਲੀਆ ਬਾਰੇ ਕਹਿ ਰਹੇ ਸਨ, ਉਹ ਆ ਚੁੱਕਾ ਹੈ। ਪ੍ਰਭੂ ਯਿਸੂ ਦਾ ਕਹਿਣ ਦਾ ਭਾਵ ਸੀ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ, ਜਿਸ ਨੇ ਏਲੀਆ ਲਈ ਕੀਤੀ ਗਈ ਭਵਿੱਖਬਾਣੀ ਪੂਰੀ ਕੀਤੀ ਸੀ। ਮਤੀ ਚੈਪਟਰ 17 11 ਤੋਂ 13 ਤਾਂ ਅਸੀਂ ਪੜ੍ਹ ਸਕਦੇ ਹਾਂ। ਸੈਂਟ ਮੈਥਿਊ ਚੈਪਟਰ 17 ਵਰਸਸ 11 till 13। ਚੇਲਿਆਂ ਲਈ ਇਸ ਸੁਣਨਾ ਔਖਾ ਸੀ ਕਿ ਉਹਨਾਂ ਦਾ ਮਸੀਹ ਦੁੱਖ ਸਹਿ ਮੁਸ਼ਕਲਾਂ ਚੱਲੇਗਾ। ਮੇਰੇ ਭੈਣ ਭਰਾਵੋ, ਯਹੂਦੀ ਗਿਆਨ ਰੱਖਣ ਵਾਲਿਆਂ ਨੇ ਪੁਰਾਣਾ ਨੇਮ ਦੀਆਂ ਭਵਿੱਖਬਾਣੀਆਂ ਪੜ੍ਹੀਆਂ ਕਿ ਉਹਨਾਂ ਦਾ ਆਉਣ ਵਾਲਾ ਮਸੀਹ ਰਾਜਾ ਦਾਊਦ ਵਾਂਗ ਇੱਕ ਮਹਾਨ ਰਾਜਾ ਹੋਵੇਗਾ, ਜਿਹੜਾ ਉਹਨਾਂ ਨੂੰ ਰੋਮਨ ਸਮਰਾਟ ਤੋਂ ਆਜ਼ਾਦ ਕਰਵਾਏਗਾ। ਉਹ ਪਰਮੇਸ਼ਰ ਦੇ ਸਵਰਗੀ ਰਾਜ ਦੀ ਕੀਮਤ ਨਹੀਂ ਸਮਝ ਸਕੇ, ਜਿਹੜਾ ਦੁਨਿਆਵੀ ਰਾਜ ਤੋਂ ਵੱਖਰਾ ਹੀ ਹੈ। ਉਹ ਦੁਨਿਆਵੀ ਮੁਸ਼ਕਲਾਂ ਤੋਂ ਆਰਾਮ ਪਾਉਣਾ ਚਾਹੁੰਦੇ ਸਨ, ਪਰ ਪਾਪ ਤੋਂ ਆਜ਼ਾਦ ਹੋਣਾ ਬਾਰੇ ਨਹੀਂ ਸੋਚਦੇ ਸਨ। ਮੇਰੇ ਭੈਣ ਭਰਾਵੋ, ਸਾਡੀ ਸਮਝ ਅਤੇ ਪ੍ਰਭੂ ਯਿਸੂ ਦੀ ਪ੍ਰਸ਼ੰਸਾ ਅਤੇ ਵਡਿਆਈ ਉਸ ਤੋਂ ਵੀ ਜ਼ਿਆਦਾ
ਹੋਣੀ ਚਾਹੀਦੀ ਹੈ। ਜੋ ਕੁਝ ਉਹ ਸਾਡੇ ਸਭ ਲਈ ਇਸ ਸਮੇਂ ਕਰ ਰਹੇ ਹਨ। ਮੇਰੇ ਭੈਣ ਭਰਾਵੋ, ਅਸੀਂ ਪੜ੍ਹ ਚੁੱਕੇ ਹਾਂ ਕਿ ਪ੍ਰਭੂ ਯਿਸੂ ਪਰਮੇਸ਼ਰ ਦਾ ਪੁੱਤਰ ਹੈ। ਉਸ ਉੱਪਰ ਵਿਸ਼ਵਾਸ ਕਰੋ। ਉਹੀ ਸਵਰਗੀ ਰਾਜਾ ਹੈ। ਉਹੀ ਸਾਡੇ ਗੁਨਾਹਾਂ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ਼ ਕਰਨ ਵਾਲਾ ਹੈ। ਸੰਸਾਰ ਦਾ ਮੁਕਤੀਦਾਤਾ ਹੈ। ਮੁਰਦਿਆਂ ਅਤੇ ਜਿਉਂਦਿਆਂ ਦਾ ਜੱਜ ਹੈ। ਸਵਰਗ ਤੇ ਧਰਤੀ ਦਾ ਅਧਿਕਾਰ ਉਸ ਨੂੰ ਦਿੱਤਾ ਗਿਆ ਹੈ। ਉਸ ਦੇ ਨਾਮ ਉੱਤੇ ਸਰੀਰਕ ਬਿਮਾਰੀਆਂ ਅਤੇ ਰੂਹਾਨੀ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ, ਸ਼ਿਫਾ ਮਿਲਦੀ ਹੈ। ਸੋ ਪਲੀਜ਼ ਪ੍ਰਭੂ ਯਿਸੂ ਪਰ ਵਿਸ਼ਵਾਸ ਰੱਖ ਕੇ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ਼ ਕਰਕੇ ਸਵਰਗ ਰਾਜ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਧੰਨਵਾਦ ਪ੍ਰਭੂ ਯਿਸੂ। ਅਸੀਂ ਆਪਦਾ ਬਾਰ ਧੰਨਵਾਦ ਕਰਦੇ, ਸ਼ੁਕਰ ਪ੍ਰਭੂ ਯਿਸੂ ਜੀ, ਅੱਜ ਦੇ ਵਕਤ, ਅੱਜ ਦੇ ਸਮੇਂ ਲਈ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ ਬੱਚੇ। ਥੈਂਕ ਯੂ ਜੀਸਸ, ਹਾਲੇਲੂਇਆ ਪ੍ਰਭੂ ਯਿਸੂ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਜਿਹਨੇ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਸੁਣ ਰਿਹਾ ਤੇ ਦੁਆਵਾਂ ਕਰਦੇ ਹਾਂ। ਸਾਡੇ ਸਭ ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ, ਸਾਡੇ ਵਿਸ਼ਵਾਸ ਨੂੰ ਵਧਾ ਕੇ ਰੱਖਣਾ। ਪਿਤਰ ਆਤਮਾ ਸਾਡੀ ਗਵਾਹੀ ਕਰਨੀ ਪ੍ਰਭੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਭ ਭੈਣ ਭਰਾ ਨੂੰ ਪਿਤਰ ਆਤਮਾ ਦੀ ਸ਼ਕਤੀ ਦੇਣਾ ਪ੍ਰਭੂ ਜੀ। ਯਿਸੂ ਜੀ, ਐਸੇ ਤੇਰੇ ਸਰੂਪ ਨੂੰ, ਤੇਰੇ ਚਿਹਰੇ ਨੂੰ ਪਛਾਣ ਸਕੀਏ ਪ੍ਰਭੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ, ਧੰਨਵਾਦ ਯਿਸੂ। ਥੈਂਕ ਯੂ ਜੀਸਸ। ਹਾਲੇਲੂਇਆ, ਧੰਨਵਾਦ ਯਿਸੂ। ਥੈਂਕ ਯੂ ਜੀਸਸ। ਥੈਂਕ ਯੂ ਜੀਸਸ। ਹਾਲੇਲੂਇਆ, ਧੰਨਵਾਦ ਯਿਸੂ। ਥੈਂਕ ਯੂ ਜੀਸਸ। ਮੇਰੇ ਭੈਣ ਭਰਾਵੋ, ਅੱਜ ਅਸੀਂ ਸ਼ਾਰਟ ਪ੍ਰਾਰਥਨਾ ਕਰਾਂਗੇ। ਇਹ ਸਾਡੇ ਬਾਪ ਵਾਲੀ ਅਤੇ ਸੋਨ ਮਰੀਮ, ਕਿਉਂਕਿ ਟਾਈਮ ਜ਼ਿਆਦਾ ਹੁੰਦਾ ਹੈ ਅਤੇ ਜ਼ਿਆਦਾ ਟਾਈਮ ਹੋਣ ਦੇ ਕਰਕੇ ਲੋਕ ਨਹੀਂ ਸੁਣ ਸਕਦੇ ਇੰਨਾ ਜ਼ਿਆਦਾ ਸਮਾਂ। ਅਸੀਂ ਸ਼ਾਰਟਕੱਟ ਅੱਜ ਪ੍ਰਾਰਥਨਾ ਕਰਾਂਗੇ। ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਦੇ ਪੁੱਤਰ ਚਰਨ ਦੁਆ ਕਰਦੇ, ਬੇਨਤੀ ਕਰਦੇ ਹਾਂ ਕਿ ਪ੍ਰਭੂ ਯਿਸੂ ਸਾਡੇ ਸਭ ਤੇ ਰਹਿਮ ਕਰ, ਦਇਆ ਕਰੇ, ਆਉਣ ਵਾਲੇ ਵਕਤ ਸਾਡੀ ਸਭ ਦੀ ਮਦਦ ਕਰੇ। ਆਮੀਨ, ਹਾਲੇਲੂਇਆ, ਧੰਨਵਾਦ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਬਾਪ, ਬੇਟਾ ਤੇ ਰੂਪਾ ਨਾਮ ਤੇ ਆਮੀਨ। ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇ ਰਾਜ ਆਵੇ, ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੇ ਰੋਜ਼ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ਼ ਕਰਦੇ ਹਾਂ। ਸਾਨੂੰ ਮੈਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹੀ, ਕੁਦਰਤ ਤੇ ਜਲਾਲ ਸਦਾ ਤਾਂ ਹਮੇਸ਼ਾ ਆਪਦੇ ਹਨ। ਆਮੀਨ, ਹਾਲੇਲੂਇਆ, ਧੰਨਵਾਦ ਯਿਸੂ। ਪਰ ਯਿਸੂ ਦੀ ਮਾਂ ਮਰੀਮ, ਸੰਤ ਮਾਂ ਟਰੀਜ਼ਾ, ਸੰਤ ਯੂਸਫ, ਸੰਤ ਮਾਈਕਲ, ਸੰਤ ਜੋਬਰੇਲ, ਸੰਤ ਫਾਇਲ, ਸਾਰੇ ਸੰਤ ਦੇ ਫਰਿਸ਼ਤਿਆਂ ਨੂੰ ਅਸੀਂ ਸਿਫਾਰਿਸ਼ ਕਰਦੇ ਹਾਂ, ਬੇਨਤੀਆਂ ਕਰਦੇ ਹਾਂ ਕਿ ਸਾਡੇ ਸਭ ਭੈਣ ਭਰਾਵਾਂ ਲਈ ਪ੍ਰਭੂ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ, ਬੇਨਤੀਆਂ ਕਰੋ। ਜਿਹਨੇ ਵੀ ਸਾਡੇ ਭੈਣ ਭਰਾ ਪ੍ਰਚਾਰ ਕਰਦੇ ਹਨ, ਪ੍ਰਭੂ ਯਿਸੂ ਉਹਨਾਂ ਸਭ ਤੇ ਰਹਿਮ ਕਰ, ਦਇਆ ਕਰੇ। ਬੋਲਣ ਸਮੇਂ ਉਹਨਾਂ ਨੂੰ ਚੰਗੇ ਚੰਗੇ ਵਚਨ ਦੇਵੇ, ਪਵਿੱਤਰ ਆਤਮਾ ਰਾਹੀਂ ਉਹਨਾਂ ਸਭ ਦੀ ਅਗਵਾਈ ਕਰੇ। ਹਾਲੇਲੂਇਆ, ਧੰਨਵਾਦ ਯਿਸੂ। ਥੈਂਕ ਯੂ ਜੀਸਸ। ਸਲਾਮ ਹੈ ਮਰੀਮ, ਫਜ਼ਲ ਭਰੀ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਨੇ ਨਾਲ ਤਾਨਾ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਮਾਂ, ਬੇਟਾ ਤੇ ਰੂਪਾ ਦੀ ਵਡਿਆਈ ਹੋਵੇ, ਜਿਹੜੇ ਮੁੱਢੋਂ ਸੰਤ ਹਮੇਸ਼ਾ ਹੋਏਗੀ। ਆਮੀਨ। ਐ ਮੈਂ ਨੇਤ ਮੇਵਾ ਯਿਸੂ, ਸਾਡੇ ਗੁਨਾਹ ਸਾਨੂੰ ਮਾਫ਼ ਕਰ, ਨਰਕ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸਵਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ। ਆਮੀਨ, ਹਾਲੇਲੂਇਆ, ਧੰਨਵਾਦ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪਰ ਯਿਸੂ ਮਸੀਹ ਦੀ ਕਿਰਪਾ, ਦਇਆ ਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਆਤਮਾ ਸੰਗਤ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ। ਆਮੀਨ। God bless you. ਬਾਪ, ਬੇਟਾ ਤੇ ਰੂਪ ਨਾਮ ਤੇ ਆਮੀਨ। We'll see you on Monday. Please pray for me. I will pray for you. Thank you. God bless you. Thank you, Jesus. In the name of the Father, Son, and the Holy Spirit. Amen.